ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੋਦੇ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਸਤਿਗੁਰ ਕੀ ਸੇਵ ਨਾ ਕੀਨੀਆ, ਕਿਆ ਉਹ ਕਰੇ ਵਿਚਾਰ। ਸਬਦੈ ਸਾਰ ਨਾ ਜਾਣਈ, ਬਿਖ ਭੂਲਾ ਗਾਵਾਰ। सतगुर की सेवा सफल है, जे को करे चित लाए। सतगुर की सेवा सफल है, जे को करे चित लाए। मन चिंदिया फल पावना, हमें विचो जाए। गुरमुख जन्म सवार, दरगाह चलिया दरगाह चलिया। गुरमुख जन्म सवार, दरगाह चलिया दरगाह चलिया। जन्म सवार, दरगाह चलिया दरगाह चलिया। गुरमुख जन्म सवार, दरगाह चलिया
ਸਤਿਗੁਰ ਕੀ ਸੇਵ ਨਾ ਕੀਤੀਆ, ਸ਼ਬਦ ਨ ਲੱਗੋ ਭਾਉ। ਹਉਮੈ ਰੋਗ ਕਮਾਵਣਾ, ਅਤ ਦੀਰਘ ਬਹੁ ਸੁਆਉ। ਮਨ ਹਠ ਕਰਮ ਕਮਾਵਣੇ, ਫਿਰ ਫਿਰ ਜੋਨੀ ਪਾਏ। ਗੁਰਮੁਖ ਜਨਮ ਸਫਲ ਹੈ, ਜਿਸਨੂੰ ਆਪ ਲਈ ਮਿਲਾਏ। ਨਾਨਕ ਨਦਰੀ ਨਦਰ ਕਰੇ, ਤਾ ਨਾਮ ਧਨ ਪੱਲੇ ਪਾਏ। ਪੱਲੇ ਬੰਨ ਲੈ ਮਨਾ ਪੂੰਜੀ ਰਾਮ ਨਾਮ ਦੀ। ਪੱਲੇ ਬੰਨ ਲੈ ਮਨਾ ਪੂੰਜੀ ਰਾਮ ਨਾਮ ਦੀ। ਪੱਲੇ ਬੰਨ ਲੈ ਮਨਾ ਪੂੰਜੀ ਰਾਮ ਨਾਮ। ਪੱਲੇ ਬੰਨ ਲੈ ਮਨਾ ਪੂੰਜੀ ਰਾਮ ਨਾਮ ਦੀ। ਪੱਲੇ ਬੰਨ ਲੈ ਰਾਮ ਨਾਮ ਦੀ। ਰਾਮ ਨਾਮ ਪੱਲੇ ਬੰਨ ਲੈ ਮਨਾ ਪੂੰਜੀ ਰਾਮ ਨਾਮ। ਪੱਲੇ ਬੰਨ ਲੈ ਮਨਾ ਪੂੰਜੀ ਰਾਮ ਨਾਮ।
ਪਰਮ ਸਤਿਕਾਰਯੋਗ ਜਬਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬਿਰਾਜਮਾਨ ਸਰਬੱਤ ਮਾਈ ਭਾਈ, ਆਦਵਤੇ ਸਤਿਕਾਰ ਸਹਿਤ ਫਤਿਹ ਦੀ ਸਾਂਝ ਪਾਈਏ। ਸਾਰੇ ਮਿਲ ਕਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਦੇ ਵਿੱਚ ਜਿੰਨਾ ਸਮਾਂ ਵੀ ਬੈਠਣਾ ਹੈ, ਆਦਬ ਤੇ ਪ੍ਰੇਮ ਨਾਲ ਸਾਰਿਆਂ ਨੇ ਭਾਈ ਗੁਰੂ ਮਹਾਰਾਜ ਜੀ ਦਾ ਸਤਿਕਾਰ ਭੈ ਰੱਖਦੇ ਹੋਏ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨੀ ਹੈ। ਸਤਿਗੁਰੂ ਗਰੀਬ ਨਵਾਜ ਦੀ ਪਾਵਨ ਬਾਣੀ ਦੀ ਵਿਚਾਰ ਆਪਣੇ ਜੀਵਨ ਵਿੱਚ, ਇਹ ਗੁਰਮੁਖੋ ਸਾਡੇ ਜੀਵਨ ਦੇ ਵਾਸਤੇ ਹੈ ਗੁਰਬਾਣੀ, ਜੋ ਸਾਡਾ ਭਲਾ ਕਰਦੀ ਹੈ ਤੇ ਮਹਾਰਾਜ ਸਾਡੀ ਕਲਿਆਣਤਾ ਲਈ ਇਹ ਉੱਤਮ ਉਪਦੇਸ਼ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗਰੀਬ ਨਵਾਜ ਜੋ ਸਾਨੂੰ ਪਾਵਨ ਬਾਣੀ ਅੰਦਰ ਉਪਦੇਸ਼ ਦਿੰਦੇ ਨੇ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੇ ਸ਼ਲੋਕ ਬਿਲਾਵਲ ਦੀ ਵਾਰ ਦੇ ਵਿੱਚ, ਜੋ ਕਿ ਮੂਲ ਰੂਪ ਦੇ ਵਿੱਚ ਜਿਹੜੀਆਂ ਪੌੜੀਆਂ ਨੇ ਵਾਰ ਦੀਆਂ, ਉਹ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ, ਤੇ ਸ਼ਲੋਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਗੋਇੰਦਵਾਲ ਸਾਹਿਬ ਗੁਰਤਾ ਗੱਦੀ ਦੇ ਤਖਤ ਤੇ ਬੈਠੇ ਹੈ। ਜੋ ਵੀ ਕੋਈ ਗੁਰਸਿੱਖ ਮਾਈ ਭਾਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਹੈ ਤੇ ਮਹਾਰਾਜ ਉਸ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਹਨ। ਇਹ ਭਾਈ ਅੰਮ੍ਰਿਤ ਵੇਲੇ ਉੱਠਣਾ, ਪਰਮੇਸ਼ਰ ਦਾ ਨਾਮ ਲੈਣਾ, ਕਿਰਤ ਵਿਹਾਰ ਕਰਨੀ, ਇਸ ਤਰ੍ਹਾਂ ਦਾ ਉਪਦੇਸ਼ ਗਰੀਬ ਨਵਾਜ ਜੀ ਹਰ ਇੱਕ ਗੁਰਸਿੱਖ ਨੂੰ ਦਿੰਦੇ। ਜਿੱਥੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਗ੍ਰਸਤੀ ਜੀਵਨ, ਘਰ ਪਰਿਵਾਰ ਵਾਲੇ ਮਾਈ ਭਾਈ ਗੁਰਸਿੱਖ ਕਿਰਤ ਵਿਹਾਰ ਵਾਲੇ ਆਉਂਦੇ ਹੈ, ਉੱਥੇ ਧਰਮ ਕਰਮ ਨਾਲ ਜੁੜੇ ਹੋਏ ਸੰਤ ਮਹੰਤ, ਵਿਦਵਾਨ, ਪੰਡਤ, ਉਹ ਵੀ ਗੁਰੂ ਅਮਰਦਾਸ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦੇ ਨੇ, ਇਸ ਵਾਸਤੇ ਕਿ ਸਾਨੂੰ ਮਹਾਰਾਜ ਦਾ ਉਪਦੇਸ਼ ਪ੍ਰਾਪਤ ਹੋਵੇ, ਮਹਾਰਾਜ ਸਾਨੂੰ ਇਹ ਜੀਵਨ ਦੀ ਸਿੱਖਿਆ ਦੇਣ। ਗੁਰੂ ਚਰਨਾਂ ਵਿੱਚ ਆਉਣ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਗੁਰੂ ਦੇ ਉਪਦੇਸ਼ ਦਾ ਧਾਰਨੀ ਹੋਣਾ, ਤੇ ਜੋ ਮਹਾਰਾਜ ਉਪਦੇਸ਼ ਦਿੰਦੇ ਨੇ ਉਸ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਲੈਣਾ, ਇਹ ਗੁਰਸਿੱਖ ਦੇ ਜੀਵਨ ਦੀ ਨਿਸ਼ਾਨੀ ਹੈ। ਕਿਉਂਕਿ ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਜੀਵਨ ਅੰਦਰ ਕਮਾਉਂਦੇ ਨਹੀਂ, ਫਿਰ ਭਾਈ ਆਪਾਂ ਭੇਖੀ ਸਿੱਖ ਹਾਂ।
ਸਿੱਖ ਉਹ ਹੈ ਜਿਹਨੇ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਮੰਨ ਲਿਆ। ਸਿੱਖੀ ਸਿੱਖਿਆ ਗੁਰ ਵਿਚਾਰ। ਇਤਿਹਾਦਿਕ ਅਨੇਕਾਂ ਜਿਹੜੇ ਗੁਰਸਿੱਖ ਹੈ ਮਹਾਰਾਜ ਦੇ ਚਰਨਾਂ 'ਚ ਆ ਰਹੇ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ, ਜਿਨ੍ਹਾਂ ਦੀ ਉਪਮਾ ਭੱਟਾਂ ਨੇ ਆਪਣੇ ਬਾਣੀ ਦੇ ਵਿੱਚ ਗੁਰੂ ਕੀ ਸਿਫਤ ਕਰਦਿਆਂ ਜਦੋਂ ਉਚਾਰਨ ਕੀਤੀ, ਘਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਨੰਤ ਨਾ ਆਵੇ, ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤੁਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਇਸ ਤਰ੍ਹਾਂ ਮਹਾਰਾਜ ਦੀ ਜਿਹੜੀ ਉਪਮਾ ਹੈ, ਕਿਉਂਕਿ ਗੁਰੂ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਗੁਰੂ ਸਮਰੱਥ ਦਾਤਾ ਹੈ, ਸਭ ਕੁਝ ਕਰਨ ਕਰਾਉਣ ਵਾਲਾ, ਨਿਰਾਕਾਰ ਦਾ ਹੀ ਸਾਕਾਰ ਰੂਪ ਹੈ ਗੁਰੂ। ਇਸ ਕਰਕੇ ਜਿੱਥੇ ਪਰਮੇਸ਼ਰ ਬੇਅੰਤ ਹੈ, ਉੱਥੇ ਭਾਈ ਪਰਮੇਸ਼ਰ ਦਾ ਹੀ ਸਰੂਪ ਸਤਿਗੁਰ ਵੀ ਬੇਅੰਤ ਹਨ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਅਨੇਕਾਂ ਸਿੱਖ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਹਜ਼ੂਰੀ ਵਿੱਚ ਬੈਠੀਆਂ ਨੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜਿਹੜਾ ਕੋਈ ਪ੍ਰਾਣੀ ਮਨ ਦਾ ਕੋਈ ਸੰਸਾ ਹੁੰਦਾ ਹੈ, ਮਨ ਵਿੱਚ ਕੋਈ ਪ੍ਰਸ਼ਨ ਹੈ, ਤਾਂ ਉਹ ਗੁਰੂ ਮਹਾਰਾਜ ਦੇ ਅੱਗੇ ਕਰਦੇ ਨੇ। ਸਤਿਗੁਰਾਂ ਨੂੰ ਪ੍ਰਸ਼ਨ ਪੁੱਛਦੇ ਆ, ਮਹਾਰਾਜ ਇਸ ਬਾਰੇ ਦੱਸੋ। ਤੇ ਮਹਾਰਾਜ ਕਿਰਪਾ ਕਰਦੇ ਨੇ। ਪੂਰਨ ਗੁਰੂ ਦੀ ਨਿਸ਼ਾਨੀ ਵੀ ਇਹੀ ਹੈ ਕਿ ਆਪਣੇ ਸਿੱਖ ਦਾ ਸੰਸਾ ਜਿਹੜਾ ਹੈ
ਉਹ ਦੂਰ ਕਰ ਦੇਵੇ। ਤੇ ਸੰਗਤ ਵਿੱਚ ਹੀ ਇੱਕ ਪ੍ਰੇਮ ਵਾਲਾ ਜਿਗਿਆਸਾ ਭਾਵਨਾ ਧਾਰਨ ਕੀਤੀ ਗੁਰਸਿੱਖ ਬੈਠਾ ਹੈ। ਉਸਨੇ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬ੍ਰਾਹਮਣ ਕੌਣ, ਮੁਸਲਮਾਨ ਕੌਣ, ਬਾਣੀ ਵਿੱਚ ਐਸੇ ਸ਼ਬਦ ਨੇ, ਆਪ ਜੀ ਵੀ ਕਿਰਪਾ ਕਰਕੇ ਦੱਸੋ ਕਿ ਬ੍ਰਾਹਮਣ ਕਿਸ ਨੂੰ ਕਹਿੰਦੇ ਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਲੋਕ ਉਚਾਰਿਆ, ਸ਼ਲੋਕ ਮਹੱਲਾ ਤੀਜਾ, ਬ੍ਰਹਮ ਬਿੰਦਹਿ ਤੇ ਬ੍ਰਾਹਮਣਾ, ਜੇ ਚੱਲਹਿ ਸਤਿਗੁਰ ਭਾਈ। ਮਹਾਰਾਜ ਜੀ ਕਹਿੰਦੇ, ਭਾਈ ਗੁਰਸਿੱਖੋ, ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਬਿੰਦਦਾ ਹੈ। ਬਿੰਦਹਿ ਕਹੀਏ ਜਾਣਨਾ, ਜਾਣਦਾ ਹੈ। ਬ੍ਰਹਮ ਕੀ ਹੈ? ਬ੍ਰਹਮ ਦਾ ਭਾਵ ਹੈ ਕਿ ਜੋ ਪਰਮੇਸ਼ਰ ਸਾਰੀ ਜਗ੍ਹਾ ਤੇ ਵਿਆਪਕ ਹੈ। ਐਸੇ ਵਿਆਪਕ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਜੋ ਜਾਣ ਲੈਂਦਾ ਹੈ, ਉਹੀ ਅਸਲ ਵਿੱਚ ਬ੍ਰਾਹਮਣ ਹੈ। ਤੇ ਮਹਾਰਾਜ ਫਿਰ ਕਿਰਪਾ ਕਰੋ, ਇਹ ਦੱਸੋ ਬ੍ਰਹਮ ਨੂੰ ਕੌਣ ਜਾਣ ਸਕਦਾ ਹੈ? ਤਾਂ ਮਹਾਰਾਜ ਕਹਿੰਦੇ, ਜੇ ਚੱਲਹਿ ਸਤਿਗੁਰ ਭਾਏ। ਬ੍ਰਹਮ ਨੂੰ ਭਾਈ ਉਹ ਜਾਣ ਸਕਦਾ ਜਿਹੜਾ ਸਤਿਗੁਰੂ ਦੇ ਭਾਏ ਵਿੱਚ ਚੱਲਦਾ ਹੈ, ਗੁਰੂ ਦੀ ਆਗਿਆ ਵਿੱਚ ਚੱਲਦਾ ਹੈ। ਸਤਿਗੁਰੂ ਜੋ ਸਾਨੂੰ ਆਗਿਆ ਦਿੰਦੇ ਨੇ, ਗੁਰੂ ਮਹਾਰਾਜ ਜੋ ਸਾਨੂੰ ਹੁਕਮ ਕਰਦੇ ਹੈ, ਹੁਕਮ ਦੇ ਵਿੱਚ ਚੱਲਣਾ। ਤੇ ਜਿਹੜਾ ਕੋਈ ਗੁਰਸਿੱਖ ਗੁਰੂ ਦੇ ਹੁਕਮ ਵਿੱਚ, ਗੁਰੂ ਦੀ ਆਗਿਆ ਰਜਾ ਵਿੱਚ ਚੱਲਦਾ ਹੈ, ਉਹੀ ਬ੍ਰਹਮ ਨੂੰ ਜਾਣ ਸਕਦਾ ਹੈ। ਤੇ ਦੂਜਾ ਜੋ ਸੰਸਾਰ ਦੇ ਵਿੱਚ ਬ੍ਰਾਹਮਣ ਜਾਤੀ ਕਰਕੇ ਜਾਣਿਆ ਜਾਂਦਾ ਹੈ, ਅਸਲ ਵਿੱਚ ਗੁਰਮੁਖੋ ਜਾਤ ਕੋਈ ਨਹੀਂ ਹੈ। ਜੇ ਹੈ ਤਾਂ ਕਰਮ ਹੈ। ਜਿਸ ਤਰ੍ਹਾਂ ਦੇ ਕੋਈ ਕਰਮ ਕਰਦਾ ਹੈ ਨਾ, ਕਰਮ ਦੇ ਨਾਲ ਜੀਵ ਦੀ ਜਾਤੀ ਜਿਹੜੀ ਹੈ ਉਹ ਜਗਤ ਤੇ ਪ੍ਰਸਿੱਧ ਹੋ ਜਾਂਦੀ ਹੈ। ਜਿਵੇਂ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਨਾ, ਕਰਮ ਨਾਮ ਵਰਨਤ ਸੁਮਤ। ਹੁਣ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਹੈ, ਇੱਥੇ ਬੇਅੰਤ ਤਰ੍ਹਾਂ ਦੀਆਂ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਜਾਤਾਂ ਨੇ। ਜਿਵੇਂ ਆਪਾਂ ਇਹਦੇ ਵਿੱਚੋਂ ਮੁੱਖ ਰੂਪ ਦੇ ਵਿੱਚ ਮਰਦ ਜਾਤੀ, ਇਸਤਰੀ ਜਾਤੀ ਤੇ ਇੱਕ ਅਧੂਰਾਪਨ ਰੂਪ ਜਾਤੀ ਹੈ, ਇਹ ਸਾਰੀਆਂ ਵਾਹਿਗੁਰੂ ਪਰਮੇਸ਼ਰ ਨੇ ਬਣਾਈਆਂ। ਤੇ ਫਿਰ ਜਿਹੋ ਜੇ ਕੋਈ ਕਰਮ ਕਰਨ ਲੱਗ ਪਿਆ, ਜਿਸ ਤਰ੍ਹਾਂ ਦੇ ਕਰਮ ਸੀ, ਉਹਦੇ ਆਧਾਰ ਤੇ ਇਹ ਸੰਸਾਰ ਦੇ ਵਿੱਚ ਜਾਤਾਂ ਦੀ ਵੰਡ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਕਹਿੰਦੇ, ਭਾਈ ਵੇਖੋ ਸੰਸਾਰ ਦੇ ਉੱਤੇ ਰਚਨਾ ਪਰਮੇਸ਼ਰ ਦੀ, ਸਾਧ ਕਰਮ ਜੇ ਪੁਰਖ ਕਮਾਵੇ। ਜਿਹੜਾ ਕੋਈ ਪ੍ਰਾਣੀ ਸਾਧ ਕਰਮ ਕਮਾਉਂਦਾ ਹੈ, ਉਹ ਕਰਮ ਜਿਹੜੇ ਸਾਧੂ ਦੇ ਕਰਮ ਨੇ। ਜੇ ਕੋਈ ਪ੍ਰਾਣੀ, ਕੋਈ ਪੁਰਖ ਉਹ ਕਰਮ ਕਮਾਉਂਦਾ ਹੈ, ਨਾਮ ਦੇਵਤਾ ਜਗਤ ਕਹਾਵੇ, ਤਾਂ ਉਹ ਸੰਸਾਰ ਦੇ ਵਿੱਚ, ਜਗਤ ਵਿੱਚ ਦੇਵਤਾ ਕਹਾਉਂਦਾ ਹੈ। ਜੇ ਆਪਾਂ ਵੇਖੋ ਕੋਈ ਵਿਅਕਤੀ ਚੰਗੇ ਕਰਮ ਕਰਦਾ ਹੈ, ਆਪਾਂ ਆਮ ਕਹਿ ਦਿੰਦੇ ਹਾਂ ਕਿ ਉਹ ਬੰਦਾ ਤੇ ਦੇਵਤਾ ਹੈ। ਕੋਈ ਬੀਬੀ ਹੈ, ਮਾਤਾ ਭੈਣ ਬਹੁਤ ਚੰਗੇ ਸੁਭਾਅ ਦੀ ਹੈ, ਸਤਵਾਦੀ ਸੁਭਾਅ ਦੀ ਹੈ, ਤੇ ਸਾਡਾ ਸੰਸਾਰ ਕਹਿ ਦਿੰਦਾ ਉਹ ਬੀਬੀ ਕਾਹਦੀ ਹੈ, ਉਹ ਤਾਂ ਦੇਵੀ ਹੈ। ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਕਿਉਂਕਿ ਕਰਮ ਦੇ ਨਾਲ ਹੀ ਜਿਹੜਾ ਹੈ ਨਾ, ਜਿਸ ਤਰ੍ਹਾਂ ਦੇ ਕਰਮ ਕਰਦੇ ਆ, ਇਹ ਸੁਭਾਅ ਦਾ ਹਿੱਸਾ ਬਣ ਜਾਂਦੇ ਆ। ਤੇ ਜਦੋਂ ਕਰਮ ਸੁਭਾਅ ਦਾ ਹਿੱਸਾ ਬਣ ਜੇ, ਫਿਰ ਗੁਰਮੁਖੋ ਸੰਸਕਾਰ ਬਣਦੇ ਨੇ। ਫਿਰ ਜਿਸ ਤਰ੍ਹਾਂ ਦੇ ਸਾਡੇ ਅੰਦਰ ਸੰਸਕਾਰ ਬਣ ਜਾਣ, ਇਹ ਜੀਵਨ ਦੀ ਗਤੀ ਉਸ ਪਾਸੇ ਨੂੰ ਤੁਰ ਪੈਂਦੀ ਹੈ। ਫਿਰ ਮੌਤ ਉਪਰੰਤ ਸੂਖਸ਼ਮ ਸਰੀਰ ਉਸ ਤਰ੍ਹਾਂ ਦੀ ਦੇਹੀ ਧਾਰ ਲੈਂਦਾ ਹੈ। ਗੁਰੂ ਮਹਾਰਾਜ ਕਹਿੰਦੇ, ਕੁਕ੍ਰਿਤ ਕਰਮ ਜੇ ਜਗ ਮੈਂ ਕਰਹੀ,
ਤੇ ਜਿਹੜਾ ਕੋਈ ਵੇਖੋ ਸੰਸਾਰ ਦੇ ਵਿੱਚ ਭੈੜੇ ਕਰਮ ਕਰਦਾ ਹੈ, ਖੋਟੇ ਕਰਮ ਕਰਦਾ ਹੈ, ਨਾਮ ਅਸੁਰ ਤਿਨ ਕੋ ਸਭ ਧਰਹੀ, ਤੇ ਉਹਦਾ ਨਾਮ ਸਾਰੇ ਰਾਖਸ਼ ਰੱਖ ਦਿੰਦੇ। ਜਿਵੇਂ ਗੁਰਬਾਣੀ ਦੇ ਵਿੱਚ ਜਿੱਥੇ ਹਰਨਾਕਸ਼ ਸ਼ਬਦ ਆਇਆ ਨਾ, ਨਾਲ ਦੁਸ਼ਟ ਲੱਗਿਆ। ਮਹਾਰਾਜ ਦੇ ਬਚਨ ਹਨ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਸੀ ਤਾਂ ਵਿਅਕਤੀ, ਪਰ ਉਹਦੇ ਨਾਲ ਦੁਸ਼ਟ ਸ਼ਬਦ ਲੱਗ ਗਿਆ ਕਿਉਂਕਿ ਉਹਨੇ ਕਰਮ ਦੁਸ਼ਟਤਾਈ ਵਾਲੇ ਕੀਤੇ। ਕਰਮ ਦੇ ਆਧਾਰ ਤੇ ਪੁਰਾਣੇ ਸਮੇਂ ਵਿੱਚ ਸਿਆਣੇ ਪੁਰਸ਼ਾਂ ਨੇ ਵੰਡ ਕਰ ਦਿੱਤੀ ਤੇ ਹੌਲੀ ਹੌਲੀ ਫਿਰ ਇਹ ਜਾਤਾਂ ਦੇ ਰੂਪ ਵਿੱਚ ਪਰਪੱਕ ਹੋ ਗਈ। ਹੁਣ ਜਿਹੜੇ ਵਿਅਕਤੀ ਜਿਹੜੇ ਪ੍ਰਾਣੀ ਬ੍ਰਹਮ ਦੀ ਵਿਦਿਆ ਪੜ੍ਹਾਉਂਦੇ ਸਨ, ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਬ੍ਰਹਮ ਬਾਰੇ ਉਪਦੇਸ਼ ਦੇਣਾ, ਜੀਵਨ 'ਚ ਕਮਾਉਣਾ, ਇਹ ਡਿਊਟੀ ਲੱਗੀ। ਉਹਨਾਂ ਨੂੰ ਬ੍ਰਾਹਮਣ ਕਿਹਾ ਜਾਣ ਲੱਗਿਆ ਤੇ ਹੌਲੀ ਹੌਲੀ ਉਹ ਜਾਤੀ ਬਣ ਗਈ, ਕਿਉਂਕਿ ਉਹਨਾਂ ਦੇ ਕੋਲੇ ਬ੍ਰਹਮ ਦੀ ਵਿਦਿਆ ਸੀ। ਤੇ ਜਿਨ੍ਹਾਂ ਕੋਲੇ ਸ਼ਸਤਰ ਵਿਦਿਆ ਸੀ, ਘੋੜ ਸਵਾਰੀ, ਸ਼ਸਤਰ ਚਲਾਉਣੇ, ਉਹਨਾਂ ਦਾ ਨਾਂ ਛਤਰੀ ਪ੍ਰਸਿੱਧ ਹੋ ਗਿਆ। ਜਿਹੜੇ ਭਾਈ ਵਣਜ ਵਪਾਰ ਖੇਤੀ ਇਹੋ ਜਿਹੀ ਡਿਊਟੀ ਲੱਗੀ, ਉਹਨਾਂ ਦਾ ਨਾਮ ਵੈਸ਼ ਹੋ ਗਿਆ। ਤੇ ਇਹਨਾਂ ਤਿੰਨਾਂ ਦੀ ਕੋਈ ਸੇਵਾ ਵਿੱਚ ਲੱਗ ਗਿਆ, ਇਹ ਸੇਵਾ ਤੋਂ ਸੰਗਿਆ ਬਣ ਗਈ ਸ਼ੂਦਰ। ਮਨੁੱਖ ਇੱਕੋ ਹੀ ਹੈ, ਇਹਨੂੰ ਕਰਮ ਦੇ ਆਧਾਰ ਤੇ ਚਾਰ ਥਾਵਾਂ ਵਿੱਚ ਵੰਡ ਲਿਆ। ਗੁਰੂ ਮਹਾਰਾਜ ਨੇ ਦੇਖੋ ਆਪਣੇ ਗੁਰਸਿੱਖ ਨੂੰ ਚਾਰੇ ਕਰਮ ਦਿੱਤੇ ਕਿ ਮੇਰਾ ਗੁਰਸਿੱਖ ਬ੍ਰਹਮ ਵਿਦਿਆ ਪੜ੍ਹੇਗਾ, ਪੜ੍ਹਾਵੇਗਾ। ਮੇਰਾ ਗੁਰਸਿੱਖ ਸ਼ਸਤਰ ਧਾਰੀ ਹੋ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸ਼ਸਤਰ ਧਾਰੀ ਹੋਵੇਗਾ। ਫਿਰ ਮੇਰਾ ਗੁਰਸਿੱਖ ਕਿਰਤੀ ਵਪਾਰੀ, ਇਸ ਕਰਕੇ ਵੈਸ਼ ਵੀ ਹੈ। ਮਹਾਰਾਜ ਕਹਿੰਦੇ ਮੇਰਾ ਗੁਰਸਿੱਖ ਦੂਜੇ ਦੀ ਸੇਵਾ ਵੀ ਕਰੇਗਾ, ਇਸ ਕਰਕੇ ਸ਼ੂਦਰ ਵੀ। ਚਾਰੇ ਹੀ ਹੋ ਗਏ। ਸੀ ਕਰਮ ਦੇ ਆਧਾਰ ਤੇ ਚਾਰ ਜਗ੍ਹਾ ਤੇ ਕਰਮ ਦੇ ਆਧਾਰ ਤੇ ਵੰਡ ਹੋ ਗਈ। ਵੰਡੇ ਸੀ ਕੰਮ, ਪਰ ਕੰਮ ਦੇ ਆਧਾਰ ਤੇ ਹੌਲੀ ਹੌਲੀ ਖੁਦ ਮਨੁੱਖ ਵੰਡਿਆ ਗਿਆ। ਫਿਰ ਇਹ ਜਾਤੀਆਂ ਜਿਹੜੀਆਂ ਸੀ ਕਰਮ ਛੱਡਤਾ ਤੇ ਇਹ ਜਾਤਾਂ ਜਨਮ ਤੋਂ ਪ੍ਰਸਿੱਧ ਹੋ ਗਈਆਂ। ਜਿਸ ਤਰ੍ਹਾਂ ਦਾ ਕੋਈ ਜਿਵੇਂ ਬ੍ਰਾਹਮਣ ਦੇ ਘਰ ਜੰਮਿਆ ਤੇ ਉਸਨੂੰ ਬ੍ਰਾਹਮਣ ਕਹਿਣਾ ਸ਼ੁਰੂ ਕਰਤਾ, ਛਤਰੀ ਦੇ ਘਰ ਜੰਮਿਆ ਛਤਰੀ ਬਣ ਗਿਆ, ਵੈਸ਼ ਦੇ ਘਰ ਜੰਮਿਆ ਵੈਸ਼, ਸ਼ੂਦਰ ਦੇ ਘਰ ਜੰਮਿਆ ਸ਼ੂਦਰ। ਫਿਰ ਅੱਗੇ ਦੀ ਅੱਗੇ ਇਹ ਤੋਂ ਫਿਰ ਸੈਂਕੜੇ ਸ਼ਾਖਾਵਾਂ ਰੂਪ ਜਾਤਾਂ ਬਣ ਗਈਆਂ। ਪਰ ਜੋ ਗੁਰਮਤ ਦੇ ਵਿੱਚ ਗੁਰਮੁਖੋ ਕਰਮ ਤੋਂ ਜਾਤ ਨੂੰ ਗੱਲ ਕੀਤੀ ਹੈ, ਸਵੀਕਾਰ ਕੀਤਾ ਹੈ। ਕੋਈ ਬ੍ਰਾਹਮਣ ਹੈ ਤਾਂ ਉਹ ਤਾਂ ਬ੍ਰਾਹਮਣ ਹੈ ਜੇ ਉਹਦੇ ਕੋਲੇ ਬ੍ਰਹਮ ਵਾਲੇ ਕਰਮ ਹਨ, ਜੇ ਤਾਂ ਉਹ ਉਸ ਤਰ੍ਹਾਂ ਦੇ ਕਰਮ ਕਰਦਾ ਹੈ। ਜੇ ਗੁਰਮੁਖੋ ਬ੍ਰਹਮ ਦੇ ਕਰਮ ਨਹੀਂ ਤਾਂ ਮਾਫ ਕਰਨਾ, ਉਹਨੂੰ ਬ੍ਰਾਹਮਣ ਕਹਿਣਾ ਗੁਰਮਤ ਦੇ ਅਨੁਸਾਰ ਗਲਤ ਹੈ। ਜਿਹਦੇ ਕੋਲੇ ਕਰਮ ਹੀ ਹੈ ਨਹੀਂ। ਦਸਮ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਭਾਵਨਾ ਤਹਿਤ ਹੀ ਦੱਸਿਆ ਵੀ ਦੇਖੋ ਇੱਕ ਦੇਵਤਾ ਹੈ, ਇੱਕ ਦੈਂਤ ਹੈ ਦੋਵੇਂ ਬਾਪ ਬੇਟੇ, ਪਿਓ ਤੇ ਪੁੱਤਰ ਨੇ, ਪਰ ਕਰਮ ਤੇ ਸੁਭਾਅ ਦੇ ਆਧਾਰ ਤੇ ਵੰਡ ਹੋ ਗਈ ਉਹਨਾਂ ਦੀ। ਦੈਂਤਾਂ ਦੀ ਕੁੱਲ ਸੀ ਤੇ ਉਸ ਕੁੱਲ ਵਿੱਚ ਫਿਰ ਪ੍ਰਹਿਲਾਦ ਪੈਦਾ ਹੋਇਆ, ਪਰ ਉਸੇ ਕੁੱਲ ਵਿੱਚ ਦੈਂਤ ਦੇ ਘਰ ਜੰਮੇ ਹੋਏ ਨੂੰ ਦੈਂਤ ਨਹੀਂ ਕਿਹਾ, ਕਿਉਂਕਿ ਕਰਮ ਹੋਰ ਸਨ, ਇਸ ਕਰਕੇ ਉਹਦੇ ਨਾਲ ਭਗਤ ਸ਼ਬਦ ਜੁੜਿਆ। ਭਾਵੇਂ ਦੈਂਤਾਂ ਦੀ ਕੁੱਲ ਵਿੱਚ ਪੈਦਾ ਹੋਇਆ, ਭਗਤਾਂ ਦੀ ਗਿਣਤੀ ਵਿੱਚ ਮੰਨਿਆ ਗਿਆ, ਬਾਪ ਦੀ ਗਿਣਤੀ ਰਾਖਸ਼ਾਂ 'ਚ ਮੰਨੀ ਹੈ। ਸਕਾ ਪਿਓ ਪੁੱਤ ਹੈ, ਕਰਮ ਦੇ ਆਧਾਰ ਤੇ ਅਲੱਗ-ਅਲੱਗ ਹੋ ਗਏ। ਉਗਰਸੈਨ ਦੇਵਤਾ ਰੂਪ ਹੈ, ਇਹਦੇ ਘਰ ਵਿੱਚ ਪੁੱਤਰ ਰੂਪ ਦੇ ਵਿੱਚ ਕੰਸ ਪੈਦਾ ਹੋਇਆ, ਉਹਨੂੰ ਰਾਖਸ਼ਾਂ ਦੀ ਗਿਣਤੀ ਵਿੱਚ ਲਿਆਂਦਾ।
तो इस करके गल सिद्ध है, देवता है चाहे दैंत है, ये कर्म के आधार ते मन्ने गए है। तो गुरु अमरदास महाराज कहन लगे, भाई गुरसिखो, जेड़ा ब्राह्मण ब्रह्म दी विचार करदा है ना, उसनूं ब्राह्मण कहिंदे। जो ब्रह्म दी विचार तो सखना हो गया जीवन, ब्रह्म दी विचार तो जीवन खाली हो गया, ਉਹਨੂੰ ब्राह्मण कहना गलत है। भगत कबीर साहब जी ने भी ये बचन कहे, कहो कबीर जो ब्रह्म विचारै, सो ब्राह्मण कहियत है हमारे। ਜਿਹੜਾ ब्रह्म ਦੀ विचार करदा, भगत कबीर साहब जी कहंदे असीं ते उसनूं ब्राह्मण कहने। ब्रह्म बिंदे सो ब्राह्मण कहीए, जे अन दिन हर लिव लाई। गुरु नानक देव महाराज बचन करदे, सो ब्राह्मण जो ब्रह्म विचारै, आप तरै सगले कुल तारै। ते ब्रह्म दी विचार दा फल की है? जिन्हां ने ब्रह्म दी विचार कीती, ਉਹ ਇਹ ਸੰਸਾਰ ਭੌਜਲ ਤੋਂ ਆਪ ਵੀ ਤਰ ਗਏ ਤੇ ਆਪਣੀਆਂ ਕੁੱਲਾਂ ਨੂੰ ਵੀ ਤਾਰ ਕੇ ਲੈ ਗਏ। ਐਸੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਮਲਾਹ ਰੂਪ ਕਿਹਾ ਹੈ, ਜਿਹੜੇ ਸੰਸਾਰ ਤੇ ਆਪ ਤਰ ਗਏ ਤੇ ਹੋਰਾਂ ਨੂੰ ਲੈ ਕੇ ਤਾਰ ਕੇ ਆਏ ਸੀ ਮਲਾਹ ਬਣ ਕੇ। ਆਪ ਤਰ ਕੇ ਤੇ ਹੋਰਾਂ ਨੂੰ ਲੈ ਕੇ ਤਾਰ ਕੇ ਆਏ ਸੀ ਮਲਾਹ ਬਣ ਕੇ। ਆਏ ਸੀ ਮਲਾਹ ਬਣ
करके तेरे को राम लगे तार के आए मंगला आप करके तेरे को राम लगे तार के आए मंगला इस तरह ਜਿਹੜੇ ਗੁਰਮੁਖ ਨੇ ਤਾਰ ਕੌਣ ਸਕਦਾ ਜਿਨ੍ਹਾਂ ਤੇ ਸਤਿਗੁਰੂ ਦੀ ਮਿਹਰ ਹੋ ਜੇ। ਕਿਰਪਾ ਦ੍ਰਿਸ਼ਟੀ ਕਰਨ ਵਾਲਾ ਗੁਰੂ ਹੈ ਤੇ ਜਿਨ੍ਹਾਂ ਨੇ ਗੁਰਮੁਖੋ ਸਤਿਗੁਰ ਦੇ ਬਚਨ ਨੂੰ ਕਮਾ ਲਿਆ ਜੀਵਨ ਵਿੱਚ, ਉਹਨਾਂ ਤੇ ਮਿਹਰਾਂ ਹੋ ਜਾਂਦੀਆਂ ਨੇ। ਫਿਰ ਐਸੇ ਬਰ ਬਚਨ ਵੀ ਗੁਰਸਿੱਖਾਂ ਨੂੰ ਬਖਸ਼ੇ। ਭਾਈ ਮੰਝ ਜਿਹੜਾ ਕਿ ਦੇਖੋ ਜੀਵਨ ਵਿੱਚ ਉਹਦੇ ਝਾਤੀ ਮਾਰੀਏ ਤਾਂ ਕਬਰਾਂ ਨੂੰ ਮੰਨਣ ਵਾਲਾ, ਸਖੀ ਸਰਵਰੀਏ ਦਾ ਪੁਜਾਰੀ, ਇਲਾਕੇ ਦਾ ਮੁਖੀ, ਤੇ ਜਿਹਨੂੰ ਬੇਅੰਤ ਲੋਕ ਨਮਸਕਾਰਾਂ ਕਰਦੇ, ਘਰ ਦੇ ਵਿੱਚ ਸਖੀ ਸਰਵਰ ਦੀ ਮੜੀ ਬਣਾ ਕੇ ਪੂਜਾ ਕਰਦਾ, ਸਾਲ ਬਾਅਦ ਨਗਾਹੇ ਇਤਿਆਦਿਕ ਸੰਗਤਾਂ ਨੂੰ ਲੈ ਕੇ ਜਾਂਦਾ ਸੀ, ਪਰ ਮਨ ਦੀ ਸ਼ਾਂਤੀ ਨਹੀਂ ਸੀ। ਜਿਹੜੀ ਅੰਦਰ ਤੜਫ ਹੈ ਨਾ, ਧਰਮ ਕਰਮ ਕਰਨ ਦਾ ਭਾਵ ਕੀ ਹੈ, ਮਨੁੱਖ ਕਿਉਂ ਕਰਦਾ ਹੈ, ਇਹਦੇ ਅੰਦਰ ਇੱਕ ਤੜਫ ਹੈ ਕਿ ਮੈਂ ਪੂਰਨ ਹੋਣਾ ਹੈ। ਪਰਮਾਤਮਾ ਨੂੰ ਮਿਲੇ ਬਿਨਾਂ ਕੋਈ ਪੂਰਨ ਨਹੀਂ ਹੋ ਸਕਦਾ, ਕਿਉਂਕਿ ਪੂਰਨ ਇੱਕੋ ਇੱਕ ਪਰਮੇਸ਼ਰ ਹੈ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰਾ ਹੈ ਪਰਮੇਸ਼ਰ ਤੇ ਅਸੀਂ ਪਰਮੇਸ਼ਰ ਦੀ ਅੰਸ਼ ਹਾਂ। ਜਿਵੇਂ ਸੂਰਜ ਦੀ ਅੰਸ਼ ਅਗਨੀ ਹੈ, ਅੱਗ ਬਾਲਦੇ ਹਾਂ ਆਪਾਂ, ਉਹ ਗੁਰਮੁਖੋ ਉੱਪਰ ਨੂੰ ਉੱਠ ਜਾਂਦੀ ਹੈ। ਭਾਵ ਕਿ ਉਹ ਆਪਣੇ ਮੂਲ ਵਿੱਚ ਮਿਲਣਾ ਚਾਹੁੰਦੀ ਹੈ। ਉਹਦਾ ਮੂਲ ਹੈ ਸੂਰਜ, ਅੱਗ ਦਾ। ਸੂਰਜ ਦੀ ਅੰਸ਼ ਹੈ ਅੱਗ, ਤੇ ਅਗਨੀ ਆਪਣੇ ਮੂਲ ਸੂਰਜ ਵਿੱਚ ਮਿਲਣ ਵਾਸਤੇ ਉੱਪਰ ਨੂੰ ਉੱਠਦੀ ਹੈ। ਇਸੇ ਤਰ੍ਹਾਂ ਜੋ ਸਾਡਾ ਸਰੂਪ ਹੈ ਨਾ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਹੋ ਕਬੀਰ ਇਹ ਰਾਮ ਕੀ ਅੰਸ਼। ਅਸੀਂ ਗੁਰਮੁਖੋ ਬ੍ਰਹਮ ਦੀ ਅੰਸ਼ ਹੈ। ਤੇ ਜਿੰਨਾ ਵੀ ਅਸੀਂ ਕਰਮ ਕਰਦੇ ਹਾਂ, ਚਾਹੇ ਸੰਸਾਰੀ ਤੌਰ ਤੇ ਹੈ, ਚਾਹੇ ਧਰਮ ਤੌਰ ਤੇ ਨੇ, ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅਸੀਂ ਬ੍ਰਹਮ ਹੋਣਾ ਚਾਹੁੰਦੇ ਹਾਂ, ਉਹਦੀ ਅੰਸ਼ ਹੈ, ਉਹਦਾ ਰੂਪ ਹੋਣਾ ਚਾਹੁੰਦੇ ਹਾਂ। ਇਹਦੇ ਵਾਸਤੇ ਕੋਈ ਰਸਤੇ ਵੱਖਰੇ ਵੱਖਰੇ ਚੁਣ ਲੈਂਦਾ। ਕਿਸੇ ਨੇ ਰਸਤਾ ਚੁਣ ਲਿਆ, ਇੰਨਾ ਧਨ ਇਕੱਠਾ ਕਰੀਏ ਮੈਂ ਸਮਰੱਥ ਹੋ ਜਾ, ਮੇਰੇ ਕੋਲੇ ਕਿਸੇ ਦੀ ਮੁਥਾਜੀ ਨਾ ਰਹੇ, ਭਾਵ ਮੇਰੇ ਅੰਦਰ ਕਿਸੇ ਪ੍ਰਤੀ ਕੋਈ ਮੁਥਾਜਗੀ ਨਾ ਹੋਏ, ਕਿਸੇ ਤੋਂ ਕੁਝ ਪ੍ਰਾਪਤੀ ਕਰਨ ਦੀ ਇੱਛਾ ਨਾ ਹੋਵੇ, ਸਭ ਕੁਝ ਮੇਰੇ ਕੋਲ ਹੋਵੇ। ਇਹ ਤਾਂ ਫਿਰ ਸਮਰੱਥ ਹੋਣ ਦੀ ਇੱਛਾ ਹੈ ਨਾ, ਤੇ ਸਮਰੱਥ ਤਾਂ ਪ੍ਰਮਾਤਮਾ ਹੈ। ਇਹ ਪ੍ਰਮਾਤਮਾ ਦੀ ਅੰਸ਼ ਆ, ਇਸ ਕਰਕੇ ਉਸ ਪ੍ਰਮਾਤਮਾ ਦੀ ਅੰਸ਼ ਹੋਣ ਕਰਕੇ ਸਾਡੇ ਅੰਦਰ ਵੀ ਸਮਰੱਥ ਹੋਣ ਦੀ ਇੱਛਾ ਹੈ। ਸਦਾ ਅਸੀਂ ਆਨੰਦ ਰਹੀਏ, ਖੁਸ਼ੀ ਵਿੱਚ ਰਹੀਏ। ਗਮ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਦੁੱਖ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਸਾਰਿਆਂ ਨੂੰ ਸੁੱਖ ਚੰਗੇ ਲੱਗਦੇ ਨੇ।
ਯਤਨ ਬਹੁਤ ਸੁਖ ਕੀ ਕੀਏ। ਜਿੰਨੇ ਆਪਾਂ ਯਤਨ ਕਰਦੇ ਹਾਂ ਸੰਸਾਰ ਦੇ ਵਿੱਚ, ਇਹ ਗੁਰਮੁਖੋ ਸੁੱਖਾਂ ਦੇ ਵਾਸਤੇ ਕਰਦੇ ਹਾਂ। ਦੁੱਖ ਕੋ ਕੀਓ ਨਾ ਕੋਏ। ਦੁੱਖ ਦਾ ਤਾਂ ਕੋਈ ਯਤਨ ਨਹੀਂ ਕਰਦਾ, ਦੁਖੀ ਤੇ ਕੋਈ ਵੀ ਨਹੀਂ ਹੋਣਾ ਚਾਹੁੰਦਾ। ਯਤਨ ਅਸੀਂ ਸੁੱਖਾਂ ਦੇ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਅਸੀਂ ਸੁੱਖ ਸਰੂਪ ਹੋ ਜਾਈਏ, ਤੇ ਸੁੱਖ ਸਰੂਪ ਤੇ ਪਰਮੇਸ਼ਰ ਹੈ, ਅਸੀਂ ਉਹਦੀ ਅੰਸ਼ ਹਾਂ। ਇਸ ਕਰਕੇ ਸਾਡੇ ਅੰਦਰ ਵੀ ਚਾਹਨਾ ਹੈ ਕਿ ਅਸੀਂ ਸੁੱਖ ਸਰੂਪ ਹੋ ਜਾਈਏ। ਉਹਦੇ ਵਾਸਤੇ ਦੁਨਿਆਵੀ ਤੌਰ ਤੇ ਬਹੁਤ ਕੁਝ ਕਰਦਾ ਹੈ, ਤੇ ਧਰਮ ਕਰਮ ਵੀ ਇਸੇ ਵਾਸਤੇ ਕਰਦੇ ਹਾਂ। ਬ੍ਰਹਮ ਹੋਣਾ ਚਾਹੁੰਦੇ ਆ, ਉਸ ਪ੍ਰਮਾਤਮਾ ਦਾ ਰੂਪ ਹੋਣਾ ਚਾਹੁੰਦੇ ਆ। ਪਰ ਜਿਸ ਦਿਨ ਇਹਨੂੰ ਸਹੀ ਰਸਤਾ ਮਿਲ ਜੇ, ਸਹੀ ਰਸਤਾ ਕਿਹੜਾ ਹੈ ਕਿ ਜਦੋਂ ਇਹ ਸਤਿਗੁਰ ਦੇ ਲੜ ਲੱਗ ਜੇ ਨਾ, ਤਾਂ ਜਾਣੋ ਕਿ ਇਹਨੂੰ ਸਹੀ ਰਸਤਾ ਮਿਲ ਗਿਆ। ਜਿੰਨਾ ਸਮਾਂ ਗੁਰੂ ਨੂੰ ਛੱਡ ਕੇ ਹੋਰ ਕਰਮ ਧਰਮ ਵਿੱਚ ਪਿਆ ਹੋਇਆ ਹੈ, ਇਹ ਜਾਣੋ ਅਜੇ ਭਟਕ ਰਿਹਾ ਹੈ, ਇਹਨੂੰ ਸਹੀ ਮਾਰਗ ਦੀ ਪ੍ਰਾਪਤੀ ਨਹੀਂ ਹੋਈ। ਹੋਣਾ ਤੇ ਇਹ ਬ੍ਰਹਮ ਹੀ ਚਾਹੁੰਦਾ ਹੈ, ਹੋਣਾ ਤੇ ਸਤ ਚਿਤ ਆਨੰਦ ਸਰੂਪ ਚਾਹੁੰਦਾ ਹੈ, ਪਰ ਹੋਇਆ ਜਾ ਸਕਦਾ ਜਦੋਂ ਸਤਿਗੁਰੂ ਦੇ ਲੜ ਲੱਗ ਜਾਈਏ। ਇਸ ਕਰਕੇ ਮਹਾਰਾਜ ਜੀ ਬਚਨ ਕਰਦੇ ਨੇ ਕਿ ਜਿਹੜਾ ਭਾਈ ਸਤਿਗੁਰੂ ਦੇ ਲੜ ਲੱਗ ਗਿਆ ਨਾ, ਗੁਰੂ ਕਿਰਪਾ ਕਰ ਦਿੰਦਾ, ਫਿਰ ਸ਼ੁਭ ਕਰਮਾਂ ਵਾਲੇ ਬਣਾ ਦਿੰਦਾ, ਜਿਹਨੂੰ ਆਪਾਂ ਦੇਵਤਾ ਕਹਿ ਦਿੰਦੇ ਆ। ਇਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਦਰ ਹੈ। ਸਾਰੇ ਪ੍ਰੇਮ ਸਹਿਤ ਪੜਿਓ। ਜਿਹੜਾ ਮਾਨਸਾ ਤੋਂ ਦੇਵਤੇ ਬਣਾਵੇ, ਧੰਨ ਗੁਰੂ ਨਾਨਕ ਜੀ। ਜਿਹੜਾ ਮਾਨਸਾ ਤੋਂ ਦੇਵਤੇ ਬਣਾਵੇ, ਧੰਨ ਗੁਰੂ ਨਾਨਕ ਜੀ। ਬਲਿਹਾਰੀ ਗੁਰ ਆਪਣੇ ਵਿਉਹਾਰੀ ਨਿਰਮਾਣ ਦੇਵਤੇ ਕੀਏ ਕਰਤਾ। ਜਿਹਨੂੰ ਭਾਈ ਮਨੁੱਖ ਤੋਂ ਦੇਵਤਾ ਬਣਾਉਂਦੇ ਆ, ਕਰਤ ਨਾ ਲਾਗੀ ਵਾਰ, ਕੋਈ ਬਹੁਤਾ ਸਮਾਂ ਨਹੀਂ ਲੱਗਣਾ ਹੈ। ਤੇ ਮਹਾਰਾਜ ਜਦੋਂ ਕਿਰਪਾ ਕਰਦਾ ਹੈ, ਭਾਈ ਮੰਝ ਨੂੰ ਸੰਗਤ ਹੋ ਗਈ ਗੁਰਸਿੱਖਾਂ ਦੀ, ਪ੍ਰੇਰਨਾ ਮਿਲੀ। ਮੰਝ ਜਿਹੜੀ ਤੇਰੇ ਅੰਦਰ ਦੀ ਤੜਫ ਹੈ ਨਾ, ਉਹ ਤੇ ਫਿਰ ਇਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਰਾਜਮਾਨ ਨੇ। ਉਹ ਤੇਰੀ ਇਹ ਇੱਛਾ, ਤੇਰੀ ਤੜਫ ਅੰਦਰੋਂ ਪੂਰੀ ਕਰ ਸਕਦੇ ਆ। ਜੋ ਸਤ ਚਿਤ ਆਨੰਦ ਦੀ ਭਾਲ ਤੇਰੇ ਅੰਦਰ ਹੈ, ਉੱਥੋਂ ਦਰ ਤੋਂ ਪੂਰੀ ਹੋ ਸਕਦੀ ਹੈ। ਮਨ ਨੂੰ ਖੁਸ਼ੀ, ਆਨੰਦ ਤੇ ਸ਼ਾਂਤੀ ਮਿਲ ਸਕਦੀ। ਭਾਈ ਮੰਝ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਚਰਨਾਂ 'ਚ ਪਹੁੰਚਿਆ।
ਆਪਾਂ ਟੂਕ ਮਾਤਰ ਵਿਚਾਰ ਕਰਦੇ ਹਾਂ ਸਾਖੀਆਂ, ਕਿੱਡੀ ਮਹਾਰਾਜ ਦੀ ਕਿਰਪਾ ਹੋਈ। ਜਿਹੜੀ ਮੜੀ ਵਗੈਰਾ ਨੂੰ ਮੰਨਦਾ ਸੀ ਉਹ ਵੀ ਢਾਤੀ, ਫਿਰ ਮਹਾਰਾਜ ਦੀ ਸਿੱਖੀ ਪ੍ਰਾਪਤ ਕਰ ਲਈ। ਮਹਾਰਾਜ ਕਹਿਣ ਲੱਗੇ, ਭਾਈ ਮੰਝ ਸਿੱਖੀ ਮਹਿੰਗੀ ਵਸਤੂ ਹੈ, ਇਹਦੇ ਉੱਤੇ ਫਿਰ ਸੰਸਾਰ ਦੀਆਂ ਤਰਕਾਂ ਵੀ ਚੱਲਣੀਆਂ ਪੈਣੀਆਂ। ਦੁਨੀਆ ਦੇ ਲੋਕ ਤਰਕਾਂ ਵੀ ਕਰਨਗੇ, ਬਹੁਤ ਕੁਝ ਹੋਣਾ ਹੈ, ਸੰਸਾਰੀ ਰੂਪ ਦੇ ਵਿੱਚ ਦੁੱਖ ਵੀ ਆਉਣਗੇ। ਭਾਈ ਮੰਝ ਦੀ ਪਰਪੱਕਤਾ ਹੈ। ਇਹਦਾ ਫਿਰ ਜਿਹੜੇ ਇਹਦੇ ਚੇਲੇ ਸਨ ਨਾ ਪਹਿਲਾਂ ਵਾਲੇ, ਜਿਹੜੇ ਸਖੀ ਸਰਵਰੀਏ ਨੂੰ ਮੰਨਣ ਵਾਲੇ ਸੀ, ਜਦੋਂ ਪਤਾ ਲੱਗਿਆ ਭਾਈ ਮੰਝ ਨੇ ਉਹ ਮੜੀ ਢਾਤੀ ਹੈ, ਸਰਵਰੀਏ ਦੀ ਪੂਜਾ ਛੱਡ ਦਿੱਤੀ ਹੈ, ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰ ਘਰ ਨਾਲ ਜੁੜ ਗਿਆ। ਉਹਨਾਂ ਘਰ ਵੀ ਢਾਤਾ, ਪਸ਼ੂ ਮਾਲ ਡੰਗਰ ਸਭ ਕੁਝ ਲੁੱਟ ਕੇ ਲੈ ਗਏ। ਭਾਈ ਮੰਝ ਨੂੰ ਖੇਤਾਂ ਵਿੱਚ ਕੁੱਲੀ ਬਣਾ ਕੇ ਰਹਿਣਾ ਪਿਆ, ਤੇ ਆਖਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਚਰਨਾਂ 'ਚ ਆਇਆ। ਮਹਾਰਾਜ ਕਹਿਣ ਲੱਗੇ, ਭਾਈ ਮੰਝ ਸੇਵਾ ਕਰਿਆ ਕਰ, ਕਿਉਂਕਿ ਸੇਵਾ ਕਰਕੇ ਜਿਹੜਾ ਅੰਤਰੀਵ ਹੈ ਨਾ ਉਹ ਪਵਿੱਤਰ ਹੋ ਜਾਂਦਾ। ਸੇਵਾ ਦੇ ਨਾਲ ਗੁਰਮੁਖੋ ਜੀਵਨ ਵਿੱਚ ਗੁਰਮੁਖਤਾਈ ਆਉਂਦੀ ਹੈ। ਜਿੰਨਾ ਸਮਾਂ ਸੇਵਾ ਨਹੀਂ ਕਰਦਾ, ਇਹਦੇ ਮਨ ਵਿੱਚ ਨਿਰਮਾਣਤਾ ਨਹੀਂ ਆਉਂਦੀ, ਹਉਮੈ ਭਾਵ ਦੂਰ ਨਹੀਂ ਹੁੰਦਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੇਵਾ ਵਿੱਚ ਲਾ ਦਿੱਤਾ, ਸਤਿਗੁਰ ਕੀ ਸੇਵ ਨਾ ਕੀਨੀ। ਮਹਾਰਾਜ ਦੇ ਬਚਨ ਆਪਾਂ ਪੜ੍ਹੇ ਆ ਨਾ, ਕਿ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਤੇ ਹੋਰ ਗੁਰਮੁਖੋ ਸ਼ਬਦ ਦੀ ਵਿਚਾਰ ਨਹੀਂ ਕੀਤੀ, ਕਿਆ ਉਹ ਕਰੇ ਵਿਚਾਰ, ਸ਼ਬਦੈ ਸਾਰ ਨਾ ਜਾਣੀ, ਬਿਖ ਭੂਲਾ ਸੰਸਾਰ। ਕਿਤੇ ਮਹਾਰਾਜ ਨੇ ਬਚਨ ਕਹੇ, ਸਤਿਗੁਰ ਕੀ ਸੇਵਾ ਨਾ ਕੀਨੀਆਂ, ਹਰ ਨਾਮ ਨਾ ਲੱਗੋ ਪਿਆਰ, ਮਤ ਤੁਮ ਜਾਣੋ ਓਏ ਜੀਵ ਦੇ, ਓਏ ਆਪ ਮਾਰੇ ਕਰਤਾਰ। ਉਹ ਤਾਂ ਭਾਈ ਕਰਤਾਰ ਦੀਆਂ ਮਾਰਾਂ ਪਈਆਂ ਹੋਈਆਂ ਹਨ। ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਤੀ। ਭਾਈ ਮੰਝ ਸੇਵਾ ਕਰਨ ਲੱਗਿਆ, ਲੱਕੜਾਂ ਲਿਆਉਂਦਾ ਜੰਗਲ ਵਿੱਚੋਂ, ਤੇ ਲਿਆ ਕੇ ਗੁਰੂ ਕੇ ਲੰਗਰਾਂ ਵਿੱਚ ਪਾਉਂਦਾ। ਫਿਰ ਕੁਝ ਲੱਕੜਾਂ ਲਿਆ ਕੇ ਇਕੱਠੀਆਂ ਵੀ ਕਰਦਾ। ਤੇ ਇੱਕ ਦਿਨ ਐਸਾ ਹਨੇਰੀ ਮੀਂਹ ਆਇਆ, ਹਨੇਰਾ ਜਿਹਾ ਹੋ ਗਿਆ, ਸਿਰ ਤੇ ਲੱਕੜਾਂ ਦੀ ਪੰਡ ਚੁੱਕੀ ਹੈ, ਤੇ ਗੁਰਮੁਖੋ ਸੁਲਤਾਨ ਪਿੰਡ ਨੇੜੇ ਖੂਹ ਦੇ ਵਿੱਚ ਭਾਈ ਮੰਝ ਡਿੱਗ ਪਿਆ। ਥੋੜਾ ਪਾਣੀ ਸੀ, ਲੱਕੜਾਂ ਨੂੰ ਸੰਭਾਲਿਆ, ਕਿਤੇ ਗੁਰੂ ਮਹਾਰਾਜ ਦੇ ਲੰਗਰਾਂ ਵਿੱਚ ਜਾਣ ਵਾਲੀਆਂ ਲੱਕੜਾਂ ਪਾਣੀ ਵਿੱਚ ਡਿੱਗ ਕੇ ਭਿੱਜ ਨਾ ਜਾਣ। ਇਧਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਜਾਣੀ ਜਾਣ, ਸਤਿਗੁਰੂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮਹਾਰਾਜ ਇੱਕਦਮ ਉੱਠ ਕੇ ਦੌੜੇ ਤੇ ਗੁਰਸਿੱਖਾਂ ਨੂੰ ਕਿਹਾ, ਭਾਈ ਛੇਤੀ ਕੋਈ ਰੱਸਾ ਲੱਜ ਵਗੈਰਾ ਲੈ ਕੇ ਚੱਲੋ, ਸਾਡਾ ਪਿਆਰਾ ਗੁਰਸਿੱਖ ਖੂਹ ਵਿੱਚ ਡਿੱਗ ਪਿਆ। ਪਹੁੰਚੇ ਖੂਹ ਦੇ ਕੋਲ, ਰੱਸਾ ਲਮਕਾਤਾ। ਮਹਾਰਾਜ ਕਹਿੰਦੇ ਗੁਰਸਿੱਖਾਂ ਨੂੰ ਕਹੋ ਲੱਕੜਾਂ ਸੁੱਟ ਦੇ, ਤੇ ਰੱਸਾ ਫੜ ਕੇ ਲੱਜ ਫੜ ਕੇ ਖੂਹ ਵਿੱਚੋਂ ਬਾਹਰ ਆ ਜਾ। ਇਹਨੇ ਬੇਨਤੀ ਕੀਤੀ, ਗੁਰਸਿੱਖੋ ਪਹਿਲਾਂ ਲੱਕੜਾਂ ਬਾਹਰ ਕੱਢ ਲਓ, ਬਾਅਦ ਵਿੱਚ ਮੈਨੂੰ ਕੱਢ ਲਿਓ। ਮਹਾਰਾਜ ਕਹਿਣ ਲੱਗੇ, ਮੰਝ ਲੱਕੜਾਂ ਹੋਰ ਬੜੀਆਂ ਆ ਜਾਣਗੀਆਂ, ਸੁੱਟ ਦੇ, ਤੂੰ ਬਾਹਰ ਆ, ਤੇਰੀ ਜ਼ਿੰਦਗੀ ਜ਼ਰੂਰੀ ਹੈ। ਪਰ ਮਨ ਦੀ ਸ਼ਰਧਾ ਇੱਥੇ ਤੱਕ ਪ੍ਰਵੱਕ ਹੋ ਗਈ ਸੀ ਕਿ ਇਹ ਭਾਵਨਾ ਜਾਗੀ ਹੈ, ਭਿੱਜ ਜਾਣ ਨਾ ਲੰਗਰ ਦੀਆਂ ਲੱਕੜਾਂ, ਸੇਵਾ ਚ ਨਾ ਪੈ ਜੇ ਪੰਖਣਾ, ਭਿੱਜ ਜਾਣ ਨਾ ਲੰਗਰ ਦੀਆਂ ਲੱਕੜਾਂ, ਸੇਵਾ ਚ ਨਾ ਪੈ ਜੇ ਪੰਖਣਾ।
सेवा सुन लगे अंगना मेरे प्यारे, सेवा सुन लगे अंगना। ਭਾਈ ਮੰਝ ਦੀ ਬੇਨਤੀ ਪ੍ਰਵਾਨ ਕਰਦਿਆਂ ਪਹਿਲਾਂ ਲੱਕੜਾਂ ਕੱਢੀਆਂ, ਫਿਰ ਭਾਈ ਮੰਝ ਜੀ ਨੂੰ ਬਾਹਰ ਕੱਢਿਆ। ਗੱਲ ਚੱਲੀ ਸੀ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪ ਤਰੈ ਸਗਲੇ ਕੁੱਲ ਤਾਰੈ। ਆਪ ਵੀ ਤਰਦਾ ਤੇ ਕੁੱਲਾਂ ਨੂੰ ਤਾਰਨ ਵਾਲਾ ਕਿਵੇਂ ਬਣ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸਮਰੱਥ ਦਾਤੇ ਨੇ ਭਾਈ ਮੰਝ ਨੂੰ ਗਲ ਲਾ ਲਿਆ ਤੇ ਗਲ ਲਾ ਕੇ ਬਚਨ ਕੀ ਕਹੇ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਮਹਾਰਾਜ ਨੇ ਐਡਾ ਵਰ ਦੇਤਾ ਭਾਈ ਮੰਝ, ਜਿਹੜਾ ਕੋਈ ਤੇਰੀ ਸੰਗਤ ਕਰੂਗਾ, ਉਪਦੇਸ਼ ਸੁਣੇਗਾ, ਗੁਰੂ ਸਿੱਖਿਆ ਨੂੰ ਧਾਰਨ ਕਰੂ, ਜਿੱਥੇ ਤੂੰ ਤਰਿਆ ਤੇਰੀ ਸੰਗਤ ਕਰਨ ਵਾਲੇ ਵੀ ਤਰ ਜਾਣ। ਆਪ ਵੀ ਤਰਦਾ ਤੇ ਹੋਰ ਆਪਣੀਆਂ ਕੁੱਲਾਂ ਨੂੰ ਵੀ ਤਾਰ ਲੈਂਦਾ। ਜਿਨ੍ਹਾਂ ਨੇ ਐਸੇ ਗੁਰਮੁਖਾਂ ਦੀ ਸੰਗਤ ਕੀਤੀ, ਗੁਰਮੁਖੋ ਸੰਗਤ ਕਰਨ ਵਾਲੇ ਵੀ ਤਰ ਜਾਂਦੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਹੈ ਜੋ ਬ੍ਰਾਹਮਣ ਜਿਹੜਾ ਬ੍ਰਹਮ ਦੀ ਵਿਚਾਰ ਨਾਲ ਸੁਰਤੀ ਕਰਕੇ ਜੁੜ ਜਾਵੇ ਤੇ ਜਿਹੜਾ ਆਪਣੇ ਮਨ ਨੂੰ ਵਾਚਦਾ ਹੈ, ਕਹੇ ਬਾਹਰ ਦੀਆਂ ਪੱਤਰੀਆਂ ਵਾਚਦੇ ਨੇ। ਮਹਾਰਾਜ ਜੀ ਬਚਨ ਕਰਦੇ, ਮਨ ਕੀ ਪੱਤਰੀ ਵਾਚਣੀ ਸੁਖੀ ਹੂੰ ਸੁਖ ਸਾਰ। ਜਿਹਨੇ ਆ ਮਨ ਦੀ ਪੱਤਰੀ ਨੂੰ ਪੜ੍ਹਿਆ ਨਾ, ਇਹਨੂੰ ਵਿਚਾਰ ਲਿਆ, ਆ ਮਨ ਸਾਡਾ ਕੀ ਕਰਦਾ ਹੈ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਮਨ ਨਹੀਂ ਨਾ ਬਸ ਵਿੱਚ ਆਉਂਦਾ। ਜਿੰਨਾ ਸਮਾਂ ਸਤਿਗੁਰ ਦੇ ਲੜ ਨਹੀਂ ਲੱਗਦੇ, ਇਹ ਮਨ ਨਹੀਂ ਬਸ ਵਿੱਚ ਆਉਂਦਾ, ਮਨ ਹੀ ਸਾਨੂੰ ਭਰਮਾਈ ਫਿਰਦਾ ਹੈ ਤੇ ਧਰਮ ਵਾਲੇ ਪਾਸਿਓਂ ਇਹ ਸੌਂ ਗਿਆ। ਜੋ ਮਹਾਰਾਜ ਨੇ ਬਚਨ ਕਿਹਾ, ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਸੋ ਵੀ ਸੰਗ ਨਾ ਹੋਇਆ। ਮਹਾਰਾਜ ਕਹਿੰਦੇ ਗਾਫਲ ਬਣ ਕੇ ਕਿੱਥੇ ਸੁੱਤਾ ਪਿਆ ਹੈ। ਆ ਜਿਹੜਾ ਸਰੀਰ ਤੇਰੇ ਨਾਲ ਸੰਸਾਰ ਤੇ ਆਇਆ ਹੈ ਨਾ, ਜਦੋਂ ਤੂੰ ਜਨਮ ਲਿਆ ਤੇ ਸਰੀਰ ਆਇਆ, ਪਰ ਯਾਦ ਰੱਖੀ ਜਿੱਦੇ ਦੁਨੀਆ ਤੋਂ ਜਾਣਾ ਸਰੀਰ ਨੇ ਨਾਲ ਨਹੀਂ ਜਾਣਾ, ਇਹ ਇੱਥੇ ਰਹਿ ਜਾਣਾ। ਜੋ ਤਨ ਉਪਜਿਆ ਸੰਗ ਸੋ ਵੀ ਸੰਗ ਨਾ ਹੋਇਆ। ਇਹ ਮਨ ਨੂੰ ਹੈ ਨਾ ਕਿ ਮਨਾ ਜਾਗ, ਕਿਹੜੇ ਪਾਸੇ ਤੇਰੀ ਜਾਗ ਹੈ, ਉਹ ਸੰਸਾਰੀ ਪਦਾਰਥਾਂ ਵੱਲ। ਧਰਮ ਵਾਲੇ ਪਾਸੇ ਵੀ ਜਾਗ ਪੈ, ਦੁਨੀਆ ਦੇ ਸੁੱਖ ਤੇ ਸਹੂਲਤਾਂ ਵਾਸਤੇ ਜਾਗਦਾ ਹੈ। ਜਾਗ ਲਿਹੋ ਰੇ ਮਨਾ ਜਾਗ। ਗਾਫਲ ਬਣ ਕੇ ਤੂੰ ਗਾਫਲਤਾਈ ਦੀ ਨੀਂਦ, ਅਗਿਆਤ ਹੋ ਕਰਕੇ ਗਿਆਨਤਾ ਦੀ ਨੀਂਦ ਵਿੱਚ ਪੈ ਗਿਆ, ਮੋਹ ਮਮਤਾ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ।
ਤੇ ਜਾਗਣ ਦਾ ਤਰੀਕਾ ਵੀ ਗੁਰੂ ਸਾਹਿਬ ਨੇ ਗੁਰਮੁਖੋਂ ਦੱਸਿਆ, ਉਹ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਰਸਨਾ ਦੇ ਨਾਲ ਗੁਰੂ ਦੀ ਬਾਣੀ ਪੜ੍ਹੇ, ਪਰਮੇਸ਼ਰ ਦਾ ਨਾਮ ਲਵੇ, ਫਿਰ ਇਹ ਜਾਗਦਾ ਮਨ। ਵਰਨਾ ਜਿਹੜਾ ਮਨ ਹੈ ਇਹ ਸੁੱਤਾ ਪਿਆ ਹੈ। ਦੇਖੋ, ਮਨ ਵਰਗਾ ਦੁਸ਼ਮਣ ਵੀ ਕੋਈ ਨਹੀਂ ਤੇ ਮਨ ਵਰਗਾ ਮਿੱਤਰ ਵੀ ਕੋਈ ਨਹੀਂ। ਮਨ ਰਿਪ ਜੀਤੇ ਸਭ ਰਿਪ ਜੀਤਾ, ਮਨ ਰਿਪ ਜੀਤੇ ਸਭ ਰਿਪ ਜੀਤਾ। ਜਿਨ੍ਹਾਂ ਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ, ਉਹਨਾਂ ਨੇ ਜਾਣੋ ਸਾਰੇ ਦੁਸ਼ਮਣ ਜਿੱਤ ਲਏ। ਤੇ ਦੂਜੀ ਪੰਕਤੀ ਦੇ ਅਰਥ, ਜਿਨ੍ਹਾਂ ਦਾ ਮਨ ਰੂਪੀ ਦੁਸ਼ਮਣ ਜਿੱਤ ਗਿਆ, ਸਾਰੇ ਹੀ ਦੁਸ਼ਮਣ ਉਹਨਾਂ ਤੇ ਜਿੱਤ ਪਾ ਗਏ। ਇਸ ਕਰਕੇ ਮਨ ਦੇ ਜਿਹੜਾ ਹੈ, ਇਹਨੂੰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਲਿਆਉਣਾ ਹੈ। ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿੱਤਣਾ ਕੀ ਹੈ, ਇਹਨੂੰ ਗੁਰੂ ਦੇ ਕੋਲ ਵੇਚ ਦਈਏ, ਅਧਿਕਾਰ ਖੇਤਰ ਆਪਣਾ ਖਤਮ ਕਰ ਦਈਏ। ਮਨ ਜਿਹੜਾ ਹੈ ਸਤਿਗੁਰ ਦੇ ਦਰ ਤੇ ਸਮਰਪਿਤ ਹੋ ਜੇ। ਸੰਕਲਪਾਂ ਤੇ ਵਿਕਲਪਾਂ ਦੇ ਫੁਰਨਿਆਂ ਨੂੰ ਮਨ ਕਿਹਾ। ਜਦੋਂ ਆਪਣੇ ਅੰਦਰੋਂ ਸੰਕਲਪ ਵਿਕਲਪ ਗੁਰੂ ਮਹਾਰਾਜ ਦੇ ਬਖਸ਼ੇ ਗਿਆਨ ਦੁਆਰਾ ਮਿਟ ਜਾਂਦੇ ਨੇ, ਤਾਂ ਫਿਰ ਇਹ ਮੌਨ ਹੋ ਜਾਂਦਾ, ਸੁੰਨ ਹੋ ਜਾਂਦਾ। ਇਹਨੂੰ ਗੁਰਮੁਖੋਂ ਗਿਆਨ ਮੌਨੀ ਵੀ ਕਿਹਾ। ਜਿਵੇਂ ਮੌਨੀ ਦੁਨੀਆ ਵਿੱਚ ਬਹੁਤ ਨੇ, ਕਈ ਤਰ੍ਹਾਂ ਦੇ, ਕੋਈ ਹੱਠ ਧਾਰ ਕੇ ਮੌਨੀ ਬਣਿਆ ਹੋਇਆ। ਉਹ ਮਹਾਰਾਜ ਜੀ ਕਹਿੰਦੇ, ਮੌਨ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ। ਉਹ ਜਿਹੜੇ ਹੱਠ ਜੋ ਮੌਨ ਕਰਦੇ ਆ, ਉਹ ਤੇ ਖੁਆਰ ਹੁੰਦੇ ਨੇ, ਗੁਰੂ ਤੋਂ ਬਿਨਾਂ ਉਹ ਸੁੱਤੇ ਹੋਏ ਜਾਗਦੇ ਨਹੀਂ। ਇੱਕ ਗਿਆਨ ਮੌਨੀ ਹੈ, ਜਿਹਨੂੰ ਗੁਰੂ ਕੀ ਸਾਧ ਸੰਗਤ ਦੁਆਰਾ ਚੇਤਨ ਬ੍ਰਹਮ ਦੇ ਗਿਆਨ ਦੀ ਪ੍ਰਾਪਤੀ ਹੋ ਗਈ, ਤੇ ਉਹ ਜਾਣੋ ਉਹਦਾ 10ਵਾਂ ਦੁਆਰ ਖੁੱਲ ਗਿਆ। ਗੁਰਮਤਿ ਦੇ ਵਿੱਚ 10ਵਾਂ ਦੁਆਰ ਖੁੱਲਣਾ ਕੀ ਹੈ? ਚੇਤਨ ਬ੍ਰਹਮ ਦਾ ਗਿਆਨ ਹੋ ਜਾਣਾ। ਇਹ ਗੁਰੂ ਕੀ ਸਾਧ ਸੰਗਤ ਜੋਗੀ ਆਪਣੇ ਤੌਰ ਤੇ 10ਵਾਂ ਦੁਆਰ ਦੱਸਦੇ ਸੀ ਕਿ ਇਸ ਤਰ੍ਹਾਂ ਜਿਹੜਾ ਹੈ ਕਿਸੇ ਸ਼ਬਦ ਦੇ ਜਾਪ ਦੁਆਰਾ ਨੇਤਰ ਬੰਦ ਕਰਕੇ ਬੈਠ ਕਰਕੇ, ਇਹ ਜਿਹੜੀਆਂ ਪਿੜਾ ਪਿੰਗਲਾ ਸੁਖਮਨਾ ਦੁਆਰਾ ਸੁਰਤੀ ਟਿਕਾ ਕਰਕੇ 9 ਦਰਵਾਜ਼ਿਆਂ ਤੋਂ ਬਿਰਤੀ ਰੋਕ ਕੇ 10ਵੇਂ ਦੇ ਵਿੱਚ ਟਿਕਾਉਣੀ। ਤੇ ਫਿਰ ਉਹ ਕਹਿੰਦੇ ਵੀ ਨੱਕ ਤੇ ਭਰਵੱਟੇ ਜਿੱਥੇ ਪੁਆਇੰਟ ਬਣ ਜਾਂਦਾ ਹੈ ਨਾ ਮਸਤਕ ਦੇ, ਇੱਥੇ 10ਵਾਂ ਦੁਆਰ ਇਹ ਖੁੱਲ ਜਾਂਦਾ। ਫਿਰ ਅੰਮ੍ਰਿਤ ਰਸ ਚੋਂਦਾ ਹੈ, ਇੱਕ ਰਸ ਅਨਹਦ ਵਾਜੇ ਵੱਜਦੇ ਹੈ। ਉਹਨਾਂ ਦੇ ਆਪਣੇ ਭਾਵ ਨੇ। ਗੁਰਮਤਿ ਵਿੱਚ ਕੀ ਹੈ ਕਿ ਗੁਰੂ ਕੀ ਸਾਧ ਸੰਗਤ ਕਰਦਿਆਂ ਜਦੋਂ ਚੇਤਨ ਬ੍ਰਹਮ ਚੇਤਨ ਹੈ, ਜੜ ਨਹੀਂ ਨਾ ਹੈ, ਜੜ ਰੂਪ ਨਹੀਂ ਹੈ, ਬ੍ਰਹਮ ਚੇਤਨ ਹੈ, ਵਿਆਪਕ ਹੈ ਸਾਰੀ ਜਗ੍ਹਾ ਤੇ। ਉਹ ਸਾਰੀ ਕਿਰਿਆ ਕਰ ਰਿਹਾ ਹੈ, ਪ੍ਰਮਾਤਮਾ ਹੀ ਸਾਰਾ ਉਹ ਤੋਂ ਹੀ ਹੋ ਰਿਹਾ ਹੈ। ਤੇ ਉਸ ਬ੍ਰਹਮ ਦਾ ਐਸਾ ਗਿਆਨ ਅੰਤਰੀਵ ਹੋ ਜਾਣਾ। ਇੱਕ ਗਿਆਨ ਹੁੰਦਾ ਬਾਹਰੀ, ਉਹ ਗਿਆਨ ਹੈ ਕਿ ਆਪਾਂ ਕਹਿੰਦੇ ਰੱਬ ਹੈਗਾ, ਸਾਰਿਆਂ 'ਚ ਵਸਦਾ ਹੈ, ਇਹ ਗੱਲਾਂ ਤਾਂ ਆਪਾਂ ਸਾਰੇ ਹੀ ਕਰਦੇ ਹਾਂ। ਲੇਕਿਨ ਇੱਕ ਨੂੰ ਅਨੁਭਵ ਹੋ ਗਿਆ ਇਸ ਗੱਲ ਦਾ, ਉਸ ਨੂੰ ਅਨੁਭਵ ਹੋ ਗਿਆ, ਉਹਨੇ ਜਾਣ ਲਿਆ। ਤੇ ਬ੍ਰਹਮ ਬਿੰਦੈ ਬ੍ਰਾਹਮਣਾ, ਜਿਹਨੇ ਬ੍ਰਹਮ ਨੂੰ ਜਾਣ ਲਿਆ ਉਹ ਜਾਣੋ ਬ੍ਰਾਹਮਣ। ਤੇ ਐਸਾ ਜਿਹੜਾ ਉਹਨੂੰ ਆਤਮਿਕ ਗਿਆਨੀ ਕਹਿੰਦੇ ਐ, ਆਤਮ ਗਿਆਨੀ ਪੁਰਸ਼ ਦਾ ਫਿਰ ਜਾਣੋ। ਜਦੋਂ ਚੇਤਨ ਬ੍ਰਹਮ ਦਾ ਗਿਆਨ ਹੋਇਆ ਤਾਂ ਇਹ 10ਵਾਂ ਦੁਆਰ ਖੁੱਲਦਾ ਹੈ। ਕਿਉਂਕਿ ਜਿਹੜੇ ਫੁਰਨੇ ਨੇ 9 ਦਰਵਾਜ਼ੇ ਜਿਹੜੇ ਇਹਦੇ ਖੁੱਲੇ ਪਏ ਸੀ, ਹੁਣ ਉਧਰੋਂ ਸੁਰਤੀ ਬਿਰਤੀ ਫੁਰਨੇ ਖਤਮ ਹੋ ਗਏ। ਗਰੀਬ ਨਵਾਜ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਤੇ ਜਿਨ੍ਹਾਂ ਨੇ ਗੁਰਮੁਖੋਂ ਬ੍ਰਹਮ ਦਾ ਫਿਰ ਚਿੰਤਨ ਕੀਤਾ, ਉਹ ਆਪ ਵੀ ਤਰੇ ਤੇ ਦੁਨੀਆ ਦੇ ਵੀ ਤਾਰਨਹਾਰੇ ਬਣ ਗਏ। ਐਡੀ ਸਮਰੱਥਾ ਗੁਰੂ ਨੇ ਆਪਣੇ ਗੁਰਸਿੱਖਾਂ ਦੇ ਵਿੱਚ ਭਰੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਭਾਈ ਗੁਰਮੁਖੋ ਅਸਲੀ ਬ੍ਰਾਹਮਣ ਬਣਨਾ ਤਾਂ ਮਨ ਦੀ ਪੱਤਰੀ ਪੜ੍ਹਨੀ ਸ਼ੁਰੂ ਕਰ ਦਿਓ। ਮਨ ਕੀ ਪੱਤਰੀ ਵਾਚਣੀ ਸੁਖੀ ਹੋ ਸੁਖ ਸਾਰ। ਇਹ ਜਾਣੋ ਐਡੀ ਸੁਖਦਾਇਕ ਹੈ ਕਿ ਸਾਰੇ ਸੁੱਖਾਂ ਦਾ ਸ੍ਰੇਸ਼ਟ ਸਾਰ ਸ਼੍ਰੋਮਣੀ ਸੁਖ ਹੈ। ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੈ ਬ੍ਰਹਮ ਵਿਚਾਰ।
ਉਹ ਬ੍ਰਾਹਮਣ ਫਿਰ ਜਿਹੜਾ ਬ੍ਰਹਮ ਦੀ ਵਿਚਾਰ ਨੂੰ ਬੁੱਝ ਲੈਂਦਾ ਹੈ ਉਹ ਭਲਾ ਹੈ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਾਤਰ ਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਈ। ਪਤਾ ਲੱਗ ਗਿਆ ਨਾ ਕਿ ਬ੍ਰਾਹਮਣ ਕੌਣ ਹੈ। ਫਿਰ ਬ੍ਰਾਹਮਣ ਦਾ ਜਿਹੜਾ ਕਰਮ ਹੈ, ਕੋਈ ਇਹ ਗੱਲ ਕਹੇ ਗੁਣ ਹੋਣ ਨਾ ਬ੍ਰਹਮ ਦੀ ਵਿਚਾਰ ਵਾਲੇ, ਮੈਂ ਬ੍ਰਾਹਮਣ ਹੈ, ਕੇਵਲ ਜਾਤੀ ਹੰਕਾਰ ਕਰਦਾ ਹੈ, ਤਾਂ ਸਤਿਗੁਰੂ ਜੀ ਨੇ ਖੰਡਨ ਕੀਤਾ। ਦਾਨ ਦੇ ਕਰ ਪੂਜਾ ਕਰਨਾ, ਲੈਤ ਦੇ ਤੁਨ ਮੂਕਰ ਪਰਨਾ, ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ, ਤਿਤ ਦਰ ਤੂੰ ਹੀ ਪਛਤਾਣਾ। ਤੈਨੂੰ ਪਛਤਾਉਣਾ ਪੈਣਾ। ਮਹਾਰਾਜ ਕਹਿੰਦੇ ਐਸੇ ਬ੍ਰਾਹਮਣ ਡੂਬੇ ਭਾਈ, ਇਹੋ ਜਿਹੇ ਤਾਂ ਫਿਰ ਡੁੱਬ ਜਾਂਦੇ। ਨਿਰਾਪਰਾਧ ਚਿਤਵੈ ਬੁਰਿਆਈ, ਜਿਹੜੇ ਭਾਈ ਹਮੇਸ਼ਾ ਬੁਰਾਈਆਂ ਚਿਤਵਦੇ ਹਨ। ਅੰਤਰ ਲੋਭ ਫਿਰੈ ਹਲਕਾਈ, ਨਿੰਦਾ ਕਰਹਿ ਸਿਰ ਭਾਰ ਉਠਾਏ, ਮਾਇਆ ਮੂਠਾ ਚੇਤੈ ਨਾਹੀ, ਭਰਮੇ ਭੂਲਾ ਬਹੁਤੀ ਰਾਹੀ। ਬਾਹਰ ਭੇਖ ਕਰਹਿ ਕਨੇਰੇ, ਅੰਤਰ ਵਿਖਿਆ ਉਤਰੀ ਘੇਰੇ। ਬਾਹਰ ਤੇ ਬੜੇ ਤਰ੍ਹਾਂ ਦੇ ਭੇਖ ਕਰਦਾ, ਪਰ ਅੰਦਰ ਜ਼ਹਿਰ ਹੈ। ਅਵਰ ਉਪਦੇਸੈ ਆਪ ਨਾ ਕਰੈ, ਸਿਰਫ ਦੂਜਿਆਂ ਨੂੰ ਉਪਦੇਸ਼ ਦਿੰਦਾ, ਪਰ ਆਪ ਉਹ ਉਪਦੇਸ਼ ਦੀ ਕਮਾਈ ਨਹੀਂ ਕਰਦਾ, ਆਪਣੇ ਜੀਵਨ ਵਿੱਚ ਕਮਾਉਂਦਾ ਨਹੀਂ ਹੈ। ਐਸਾ ਬ੍ਰਾਹਮਣ ਕਹੀ ਨਾ ਸੀ। ਆਪ ਉਪਦੇਸ਼ੈ ਆਪ ਨਾ, ਅਵਰ ਉਪਦੇਸ਼ੈ ਆਪ ਨਾ ਬੂਝੈ, ਐਸਾ ਬ੍ਰਾਹਮਣ ਕਹੀ ਨਾ ਸੀਜੈ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ, ਦੇਖਤ ਸੁਨਤ ਤੇਰਾ ਹੈ ਨਾਲ। ਮਹਾਰਾਜ ਜੀ ਕਹਿੰਦੇ ਤੂੰ ਪਰਮੇਸ਼ਰ ਦੀ ਸੰਭਾਲ ਕਰ, ਉਹ ਦੇਖਦਾ ਵੀ ਹੈ ਤੇ ਸੁਣਦਾ ਵੀ ਹੈ, ਹਮੇਸ਼ਾ ਹੀ ਤੇਰੇ ਨਾਲ ਹੈ। ਕਹੋ ਨਾਨਕ ਜੇ ਹੋਵੀ ਭਾਗ, ਮਾਨ ਛੋੜ ਗੁਰ ਚਰਨੀ ਲਾਗ। ਜੇ ਭਾਈ ਇਹ ਭਾਗਾਂ 'ਚ ਹੋਵੇ ਸ਼ੁਭ ਸ੍ਰੇਸ਼ਟ ਭਾਗ, ਹੁਣ ਫੇਰ ਇਸ ਗੱਲ ਦਾ ਸੰਸਾਰੀ ਜਾਤ ਦਾ ਮਾਣ ਛੱਡ ਕੇ ਗੁਰੂ ਦੇ ਚਰਨੀ ਲੱਗੇਗਾ। ਤੋ ਇਸ ਕਰਕੇ ਜਿਹੜਾ ਬ੍ਰਾਹਮਣ ਹੈ, ਜਦੋਂ ਕੋਈ ਜਿਹੜਾ ਬਾਹਰੀ ਤੌਰ ਤੇ ਬ੍ਰਾਹਮਣ ਹੈ, ਭਗਤ ਕਬੀਰ ਜੀ ਨੇ ਇੱਕ ਸ਼ਲੋਕ ਉਚਾਰਿਆ। ਭਗਤ ਜੀ ਕਹਿੰਦੇ ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੈ ਪਚ ਮੁਆ, ਚਾਰੋ ਬੇਦੋ ਮਾਹੇ। ਜਦੋਂ ਆਪਣੇ ਕਰਮ ਨੂੰ ਤਿਆਗ ਦਿੱਤਾ, ਭਗਤ ਕਬੀਰ ਸਾਹਿਬ ਜੀ ਵਰਗੇ ਤਤਵਿਤ ਤੇ ਮਹਾਪੁਰਸ਼ ਇਹ ਸਚਾਈ ਦੱਸਦੇ, ਕਹਿੰਦੇ ਭਗਤੀ ਕਰਨ ਵਾਲਿਆਂ ਭਗਤਾਂ ਦਾ ਰਸਤਾ ਇਹ ਪਖੰਡ ਦੇ ਜਾਲ ਵਿਛਾਉਣ ਵਾਲਿਆਂ ਨਾਲੋਂ ਵੱਖਰਾ ਹੈ। ਇਹ ਆਪਣੇ ਆਪ ਨੂੰ ਜਗਤ ਦਾ ਗੁਰੂ ਦੱਸਦੇ ਨੇ ਤੇ ਬ੍ਰਾਹਮਣ ਦੇ ਘਰ ਪੈਦਾ ਹੋ ਕੇ ਕਹਿ ਰਹੇ ਅਸੀਂ ਬ੍ਰਾਹਮਣ ਹਾਂ। ਜਗਤ ਤੋਂ ਪੂਜਾ ਕਰਵਾਉਂਦੇ ਭਗਤ ਜੀ ਸਾਫ਼ ਇਨਕਾਰ ਕਰਦੇ ਨੇ ਕਿ ਤੁਸੀਂ ਅੰਧ ਵਿਸ਼ਵਾਸੀਆਂ ਦੇ ਗੁਰੂ ਹੋ ਸਕਦੇ ਹੋ, ਪਰ ਇੱਕ ਭਗਤ ਦੇ ਗੁਰੂ ਨਹੀਂ ਹੋ ਸਕਦੇ। ਭਗਤ ਜੀ ਨੇ ਪਰਮੇਸ਼ਰ ਦੀ ਭਗਤੀ ਵੱਲ ਆਪਣੇ ਮਨ ਨੂੰ ਜੋੜ ਲਿਆ, ਤੇ ਜਿਹੜੇ ਫਿਰ ਕੋਈ ਗੁਰਮੁਖੋਂ ਪਖੰਡ ਕਰਦੇ ਸੀ ਦੁਨੀਆ ਦੇ ਵਿੱਚ, ਤੇ ਭਗਤ ਕਬੀਰ ਜੀ ਨੇ ਤਾਂ ਇੱਥੋਂ ਤੱਕ ਕਹਿਤਾ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੁੱਬੇ ਚਹੁ ਬੇਦ ਮੈਂ ਚੇਲੇ ਦੀਏ ਬਹਾਈ। ਉਹ ਤਾਂ ਆਪ ਵੀ ਡੁੱਬ ਗਏ ਤੇ ਚੇਲਿਆਂ ਨੂੰ ਵੀ ਕਰਮ ਕਾਂਡਾਂ ਵਿੱਚ ਬਿਠਾ ਦਿੱਤਾ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਅਸਲ ਬ੍ਰਾਹਮਣ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਹੈ ਜੀਵ ਤੈਨੂੰ ਮਨੁੱਖਾ ਜਨਮ ਮਿਲਿਆ, ਤੂੰ ਵੀ ਆਪਣੇ ਜੀਵਨ ਵਿੱਚ ਬ੍ਰਹਮ ਦੀ ਵਿਚਾਰ ਕਰਿਆ ਕਰ। ਅੱਗੇ ਬਚਨ ਕਹੇ ਜਿਨ ਕੈ ਹਿਰਦੈ ਹਰਿ ਵਸੈ, ਹਉਮੈ ਰੋਗ ਗਵਾਏ। ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ, ਜਿਹੜਾ ਅੰਦਰ ਹਉਮੈ ਰੂਪੀ ਰੋਗ ਹੈ ਇਹ ਫਿਰ ਦੂਰ ਹੋ ਜਾਂਦਾ ਹੈ। ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਵਿੱਚ ਨਾਮ ਰੂਪੀ ਧਨ ਵਸ ਗਿਆ ਨਾ, ਮਹਾਰਾਜ ਤਾਂ ਕਹਿੰਦੇ ਉਹ ਅਸਲ ਫਕੀਰ ਨੇ। ਜਿਨ ਕੈ ਪੱਲੇ ਧਨ ਵਸੈ, ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ, ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸ ਗਿਆ, ਹਉਮੈ ਰੂਪੀ ਰੋਗ ਗਵਾ ਲਿਆ, ਤਾਂ ਮਾਲਕ ਕਿਰਪਾ ਕਰਦਾ, ਨਾਮ ਦੀ ਦਾਤ ਬਖਸ਼ ਦਿੰਦਾ। ਜਿਨ ਕੈ ਹਰ ਨਾਮ ਵਸਿਆ, ਸਦ ਹਿਰਦੈ ਹਰ ਨਾਮੋ, ਤਿਨ ਕੋ ਰੱਖਣ ਹਾਰਾ। ਤੇ ਜਦੋਂ ਵਸ ਗਿਆ ਕਰਦੇ ਕੀ ਨੇ? ਮਹਾਰਾਜ ਕਹਿੰਦੇ ਗੁਣ ਰਵਹਿ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ।
ਉਹ ਭਾਈ ਪਰਮੇਸ਼ਰ ਦੇ ਗੁਣਾਂ ਨੂੰ ਰਵੈ ਉਚਾਰਦੇ ਨੇ ਤੇ ਗੁਣਾਂ ਦੀ ਹੀ ਸਾਂਝ ਕਰਦੇ, ਗੁਣ ਇਕੱਠੇ ਕਰਦੇ ਐ, ਤਾਂ ਫਿਰ ਮਾਲਕ ਇੱਕ ਦਿਨ ਉਹਨਾਂ ਦੀ ਜੋਤੀ ਨੂੰ ਆਪਣੀ ਜੋਤ ਵਿੱਚ ਮਿਲਾ ਲੈਂਦਾ ਹੈ। ਜਾਂ ਉਹ ਗੁਣਵਾਨ ਹੋ ਕਰਕੇ ਆਪਣੀ ਜੋਤ ਬ੍ਰਹਮ ਜੋਤ ਦੇ ਵਿੱਚ ਮਿਲਾ ਲੈਂਦੇ ਨੇ। ਐਸੇ ਪ੍ਰਮਾਤਮਾ ਨਾਲ ਮਿਲ ਜਾਂਦੇ ਆ। ਇਸ ਯੁੱਗ ਮਹਿ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੈ ਚਿਤ ਲਾਏ। ਤਾਂ ਇਸ ਜੁਗਤ ਦੇ ਵਿੱਚ ਫਿਰ ਆ ਸੰਸਾਰ ਦੇ ਵਿੱਚ ਵਿਰਲੇ ਨੇ ਗੁਰਮੁਖੋ ਵਰਨਾ, ਸੰਸਾਰ ਦਾ ਕੱਚ ਵਿਹਾਜਣ ਵਾਲੀ ਦੁਨੀਆ ਬਹੁਤ ਮਿਲ ਜੂ। ਸੱਚ ਦੇ ਵਪਾਰੀ ਵਿਰਲੇ ਵਿਰਲੇ ਹਨ, ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ। ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ, ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ। ਤੇਰੇ ਨਾਮ ਦੇ ਵਪਾਰੀ, ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ। ਕੋਟਨ ਮੈਂ ਕੋ ਹੈ ਐਸੇ ਗੁਰਮੁਖ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੁੰਦੀ ਹੈ, ਜਿਹੜੇ ਧਰਮ ਕਰਮ ਦੇ ਮਾਰਗ ਤੇ ਚੱਲਦੇ ਨੇ। ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ, ਸੇ ਨਾਮ ਰਹੇ ਲਿਵ ਲਾਏ। ਜਿਨ੍ਹਾਂ ਦੇ ਉੱਤੇ ਗੁਰੂ ਮਹਾਰਾਜ ਕਹਿੰਦੇ ਭਾਈ ਉਹ ਸੱਚਾ ਮਾਲਕ ਪਰਮੇਸ਼ਰ ਨਦਰ ਕਰ ਦਿੰਦਾ ਹੈ ਨਾ, ਕਿਰਪਾ ਕਰਦਾ ਹੈ, ਉਹੀ ਪਰਮੇਸ਼ਰ ਦੇ ਨਾਮ ਵਿੱਚ ਲਿਵ ਲਾਉਂਦੇ ਆ। ਵਰਨਾ ਇਹ ਮਨ ਜਿਹੜਾ ਹੈ ਪਰਮੇਸ਼ਰ ਦੇ ਨਾਮ ਵਿੱਚ ਜੁੜਦਾ